ਕਰਨ 'ਚ ਪੰਜਾਬ ਨੂੰ ਆਸਾਨੀ ਹੋਵੇ। ਸਪੀਕਰ ਸਾਹਿਬ, ਮੈਨੂੰ ਇਸ ਗੱਲ ਦੀ ਉਮੀਦ ਹੈ, ਮੈਂ ਪੂਰੀ ਉਮੀਦ ਹੈ ਇਸ ਗੱਲ ਤੇ ਕਿ ਕਮਿਸ਼ਨ ਸਾਡੇ ਨਾਲ ਹਮਦਰਦੀ ਵਾਲਾ ਰਵੱਈਆ ਅਖਤਿਆਰ ਕਰੇਗਾ। ਕੇਂਦਰ ਦੀ ਆਮਦਨੀ ਦੀ ਤਕਸੀਮ ਦੇ ਵਕਤ ਪੰਜਾਬ ਨਾਲ ਪੂਰਾ ਇਨਸਾਫ ਕਰੇਗਾ। ਕਮਿਸ਼ਨ ਵੱਲੋਂ ਅਕਤੂਬਰ 2009 ਨੂੰ ਆਪਣੀ ਰਿਪੋਰਟ ਪੇਸ਼ ਕਰਨੀ ਹੈ, ਜਿਹੜੀ ਕਿ 1 ਅਪ੍ਰੈਲ 2010 ਤੋਂ ਲੈ ਕੇ 31 ਮਾਰਚ 2015 ਤੱਕ ਇਹ ਲਾਗੂ ਰਹੇਗੀ। ਪੈਰਾ 16 ਤੇ 17 ਪੜ੍ਹਿਆ ਸਮਝਿਆ ਜਾਵੇ। ਸਪੀਕਰ ਸਾਹਿਬ, ਇੱਜ਼ਤਮਾਬ ਸਪੀਕਰ ਸਾਹਿਬ, ਹੁਣ ਮੈਂ ਪਲਾਨ ਦੀਆਂ ਜਿਹੜੀਆਂ ਤਜਵੀਜ਼ਾਂ ਹੈ ਉਹਨਾਂ ਵੱਲ ਇਸ ਹਾਊਸ ਦੀ ਤਵੱਜੋ ਦਿਵਾਉਣਾ ਚਾਹਾਂਗਾ। ਜੋ ਮਨਸੂਬੇ ਬਣੇ ਹੈ, 10ਵੇਂ ਮਨਸੂਬੇ ਦੀ ਸੁਸਤ ਰਫ਼ਤਾਰੀ ਤੋਂ ਬਾਅਦ ਪੰਜਾਬ 11ਵੇਂ 5 ਸਾਲਾ ਮਨਸੂਬੇ ਦੇ ਵਿੱਚ ਦਾਖਲ ਹੋਇਆ ਹੈ। 8-9 ਦੇ ਖਰਚੇ ਤੇ ਜੋ ਮਨਸੂਬਾ ਸੀ ਉਹ 6210 ਕਰੋੜ ਦਾ ਸੀ। ਇਹਦੇ ਮੁਕਾਬਲਨ 6925 ਕਰੋੜ ਰੁਪਏ ਖਰਚ ਕੀਤਾ ਗਿਆ। ਇਸ ਸਾਲ ਦੇ ਮਨਸੂਬੇ ਵਿੱਚ ਤਖਮੀਨਨ ਜੋ ਖਰਚਾ ਹੈ 8625 ਕਰੋੜ ਰੁਪਏ। ਸਪੀਕਰ ਸਾਹਿਬ, ਇਹ ਪਿਛਲੀ ਪਲਾਨ ਨਾਲੋਂ ਇਹ ਤਕਰੀਬਨ 39% ਇਹ ਜ਼ਿਆਦਾ ਹੈ। ਤੇ ਸਪੀਕਰ ਸਾਹਿਬ, ਇਹ ਮੇਰੇ ਵਾਸਤੇ ਤਾਂ ਬਹੁਤ ਆਸਾਨ ਸੀ ਕਿ ਪਿਛਲੇ ਸਾਲ 6200 ਕਰੋੜ ਦਾ ਪਲਾਨ ਸੀ ਤੇ ਮੈਂ ਇਹ ਕਹਿ ਦਿੰਦਾ ਕਿ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨੀ ਹੈ। ਆਲਮੀ ਮੰਦਾ ਚੱਲ ਰਿਹਾ ਹੈ ਤੇ ਇਹਨੂੰ ਸਪੀਕਰ ਸਾਹਿਬ 6200 ਨੂੰ 6500 ਕਰਕੇ ਤੇ ਇਹਨੂੰ ਮੁਕਾ ਦਈਏ। ਪਰ ਸਪੀਕਰ ਸਾਹਿਬ, ਇਹ ਜੋ ਵੀ ਮੈਨੂੰ ਭਾਵੇਂ ਉਹ ਪਲੈਨਿੰਗ ਕਮਿਸ਼ਨ ਦੇ ਵਿੱਚ ਮਾਹਿਰ ਪਲੈਨਰ ਮਿਲੇ ਜਾਂ ਇਕੋਨੋਮਿਸਟ ਮਿਲੇ ਤੇ ਜੋ ਵੀ ਹਿੰਦੁਸਤਾਨ ਦੇ ਵਿੱਚ ਇਸ ਕੰਮ ਦੇ ਮਾਹਿਰ ਨੇ, ਉਹਨਾਂ ਨੇ ਇਹ ਹੀ ਸੁਜੈਸਟ ਕੀਤਾ ਕਿ ਸਰਕਾਰ ਜਿਹੜਾ ਹੈ ਉਹਦੀ ਸਪੈਂਡਿੰਗ, ਕਿਉਂਕਿ ਮੰਦੀ ਦਾ ਜਿਹੜਾ ਸ਼ਿਕੰਜਾ ਹੈ ਇਹਨੂੰ ਤੋੜਨ ਵਾਸਤੇ ਪਬਲਿਕ ਸਪੈਂਡਿੰਗ ਜਿਹੜੀ ਹੈ ਉਹਨੂੰ ਵਧਾਉਣੀ ਜ਼ਰੂਰੀ ਹੈ। ਪੰਜਾਬ ਜੇ ਕਿਸੇ ਇੱਕ ਕਿਨਾਰੇ ਤੇ ਬੈਠ ਗਿਆ ਕਿ ਚਲੋ ਜਦੋਂ ਵਕਤ ਠੀਕ ਆਇਆ ਪਲਾਨ ਵਧਾ ਲਾਂਗੇ, ਇਸ ਕਰਕੇ ਇਹ ਕੌਨਸ਼ੀਅਸਲੀ ਸੋਚ ਸਮਝ ਕੇ ਇਹ ਕੋਸ਼ਿਸ਼ ਕੀਤੀ ਹੈ ਕਿ ਇਸ ਸਾਲ ਪਲਾਨ ਜਿਹੜਾ ਇਜ਼ਾਫਾ ਹੈ, ਜੰਪ ਹੈ, ਇਹ ਬਹੁਤ ਵੱਡਾ ਇਹ ਰੱਖਿਆ ਜਾਵੇ, ਕਿਉਂਕਿ ਇਹ ਜ਼ਰੂਰੀਆਤ ਤੇ ਵਕਤ ਸੀ ਇਸ ਗੱਲ ਕਿ ਅਸੀਂ ਪਲਾਨ ਵੱਡਾ ਕਰੀਏ। ਤੇ ਉਹ ਮੈਨੂੰ ਇੱਕ ਅਲਾਮਾ ਸਾਹਿਬ ਦਾ ਸ਼ੇਰ ਯਾਦ ਆ ਰਿਹਾ। ਉਹਨਾਂ ਨੇ ਕਿਹਾ ਕਿ ਮੁਕਾਮ ਜ਼ਿੰਦਗੀ ਕਰ ਲੈ ਤੂੰ ਆਗੋਸ਼ ਤਲਾਤਮ में, ਕਿ ਜ਼ਿੰਦਗੀ ਦਾ ਜਿਹੜਾ ਤੂੰ ਮੁਕਾਮ ਹੈ, ਤਲਾਤਮ ਹਨੇਰੀ ਨੂੰ ਕਹਿੰਦੇ, ਖਾਸ ਕਰਕੇ ਜਿਹੜੀ ਸਮੁੰਦਰਾਂ 'ਚ ਜਿਹੜੇ ਤੂਫਾਨ ਆਉਂਦੇ ਆ, ਕਿ ਆਪਣੀ ਜ਼ਿੰਦਗੀ ਦਾ ਮੁਕਾਮ ਤੂੰ ਤੂਫਾਨ ਦੀ ਗੋਦੀ 'ਚ ਕਰ ਲਾ। मुकाम जिंदगी कर ले तू आगोश तलातम में, किनारों का भरोसा क्या, किनारे डूब जाते हैं। पंजाब किनारियां ते नहीं बैठ सकता, हनेरियां विच सानू दाखिल होना ये जरूरी सी। स्पीकर साहब, ये मेरा खुशनुमा फर्ज है कि इस साल जिहड़ी योजना जो मनसूबा पंजाब दा तैयार होया, इहदे विच 30% हिस्सा इस प्लान दा ये बिजली सैक्टर वास्ते रखा गया है ते खसूसी तवज्जो बिजली पैदा करने लई ਅਤੇ ਬਿਜਲੀ ਦੇ ਵੰਡ ਅਤੇ ਸੰਚਾਰ ਨੂੰ ਬਿਹਤਰ ਬਣਾਉਣ ਲਈ ਇਸ ਨਾਲ ਇਹ ਤਾਲੁਕ ਰੱਖਦਾ ਹੈ। 26% ਰਕਮ ਜਿਹੜੀ ਹੈ ਉਹ ਸਮਾਜਿਕ ਸੇਵਾਵਾਂ, ਇਹਨਾਂ ਨੂੰ ਦੂਜੀ ਤਰਜੀਹ ਦਿੱਤੀ ਗਈ ਹੈ, ਜਿਸ ਦਾ ਸੰਬੰਧ ਬਜ਼ੁਰਗਾਂ ਤੇ ਸਮਾਜ ਦੇ ਹੋਰ ਤਬਕਿਆਂ ਲਈ ਪੈਨਸ਼ਨਾਂ, ਕੁਸ਼ਲਤਾ ਵਿਕਾਸ ਅਤੇ ਰੋਜ਼ਗਾਰ ਦੇ ਬਿਹਤਰ ਮੌਕੇ ਪੈਦਾ ਕਰਨਾ, ਪਿੰਡਾਂ ਵਿੱਚ ਸਾਫ਼ ਪਾਣੀ ਦੀਆਂ ਜਲ ਸਪਲਾਈ ਸਕੀਮਾਂ, ਸ਼ਹਿਰੀ ਤਰੱਕੀ ਅਤੇ ਕਮਜ਼ੋਰ ਤਬਕਿਆਂ ਦੀ ਭਲਾਈ। ਉਸੇ ਤਰ੍ਹਾਂ 23% ਹਿੱਸਾ ਮੋਹਤਰਮ ਸਪੀਕਰ ਸਾਹਿਬ ਇਹ ਰੋਡ ਟਰਾਂਸਪੋਰਟ ਵਾਸਤੇ ਰੱਖਿਆ ਗਿਆ ਹੈ ਤੇ ਇਸ ਤੇ ਜ਼ਿਆਦਾ ਜਿਹੜੇ ਪੈਸੇ ਹੈ ਉਹ ਵਰਲਡ ਬੈਂਕ ਤੇ ਨਬਾਰਡ ਦੀਆਂ ਸਕੀਮਾਂ ਵਿੱਚੋਂ ਆਉਣਗੇ। ਹੁਣ ਸਪੀਕਰ ਸਾਹਿਬ, ਮੈਂ ਮੁਖਤਲਿਫ ਸੈਕਟਰਾਂ ਦੇ ਨਾਲ ਜੋ ਤਜਵੀਜ਼ਾਂ ਹਨ ਉਹਨਾਂ ਵੱਲ ਹਾਊਸ ਦਾ ਧਿਆਨ ਦਿਵਾਵਾਂਗਾ। ਖੇਤੀਬਾੜੀ, ਜਨਾਬ ਸਪੀਕਰ ਸਾਹਿਬ, ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕੌਮੀ ਪੱਧਰ ਤੇ ਨੈਸ਼ਨਲ ਫੂਡ ਸਿਕਿਉਰਿਟੀ ਲਈ ਸਾਡੇ ਸੂਬੇ ਪੰਜਾਬ ਦੀ ਮਦਦ ਅਤੇ ਖਿਦਮਤ ਸਭ ਤੋਂ ਵੱਧ ਰਹੀ ਹੈ ਅਤੇ ਕੌਮੀ ਪੱਧਰ ਤੇ ਮੁਲਕ ਨੂੰ 50% ਤੋਂ ਜ਼ਿਆਦਾ ਕਣਕ ਤੇ 40% ਤੋਂ ਜ਼ਿਆਦਾ ਚਾਵਲ ਇਕੱਲਾ ਪੰਜਾਬ ਫਰਾਹਮ ਕਰਦਾ ਆ ਰਿਹਾ ਹੈ। 8-9 ਦੇ ਦੌਰਾਨ ਸਰਕਾਰ ਨੇ 132 ਲੱਖ ਮੀਟ੍ਰਿਕ ਟਨ ਝੋਨਾ ਤੇ 110 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਵੇਲੇ ਪੰਜਾਬ ਵਿੱਚ 3 ਕਾਬਲੇ ਗੌਰ ਮੁੱਦੇ ਹਨ ਜਿਨ੍ਹਾਂ ਵੱਲ ਫੌਰੀ ਧਿਆਨ ਦੇਣ ਦੀ ਲੋੜ ਹੈ। ਪਹਿਲਾ ਮੁੱਦਾ ਹੈ ਫੂਡ ਤੇ ਨਿਊਟ੍ਰੀਸ਼ਨ ਸਿਕਿਉਰਿਟੀ, ਦੂਜਾ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਕਮਜ਼ੋਰ ਮਾਲੀ ਹਾਲਾਤ ਤੇ ਤੀਸਰਾ ਕਮਜ਼ੋਰ ਅਤੇ ਖਸਤਾ ਹਾਲ ਕਿਸਾਨ ਦੇ ਉੱਤੇ ਕਰਜ਼ੇ ਦਾ ਬੋਝ। ਇਹ ਖੇਤੀਬਾੜੀ ਦੇ 3 ਸਪੀਕਰ ਸਾਹਿਬ ਮੁੱਦੇ ਹੈ। ਇਹਨਾਂ ਤਿੰਨਾਂ ਮਸਲਿਆਂ ਦਾ ਕਾਰਨ ਖੇਤੀਬਾੜੀ 'ਚ ਰੋਜ਼ ਬਰੋਜ਼ ਘਟ ਰਹੀ ਆਮਦਨੀ, ਇਸੇ ਤਰ੍ਹਾਂ ਕੌਮੀ ਖੁਰਾਕ ਸੁਰੱਖਿਆ ਨੂੰ ਯਕੀਨਨ ਬਣਾਉਣ ਲਈ ਖੇਤੀਬਾੜੀ ਤੇ ਉਪਜ ਅਤੇ ਮੁਨਾਫੇ ਵਿੱਚ ਵਾਧਾ ਕਰਨ ਵੱਲ ਸਭ ਤੋਂ ਵੱਧ ਧਿਆਨ ਦੇਣ ਦੀ ਤਵੱਜੋ ਹੈ। ਖੇਤੀ ਦੇ ਮੁਤਲਕ ਕਿਸਾਨਾਂ ਉੱਪਰ ਕਰਜ਼ੇ ਦਾ ਜੋ ਬੋਝ ਹੈ
ਉਹ ਇਨਸਾਨੀ ਬਰਬਾਦੀ ਵੱਲ ਇਸ਼ਾਰਾ ਕਰ ਰਿਹਾ ਸਪੀਕਰ ਸਾਹਿਬ। ਪੰਜਾਬ ਵਿੱਚ ਪੇਂਡੂ ਕਰਜ਼ਾ 35,000 ਕਰੋੜ ਰੁਪਏ ਤੱਕ ਜਾਣ ਦਾ ਅਨੁਮਾਨ ਹੈ, ਜਿਸ ਵਿੱਚ 22,000 ਕਰੋੜ ਰੁਪਇਆ ਇੰਸਟੀਟਿਊਸ਼ਨਲ ਕਰਜ਼ਾ ਹੈ ਤੇ 13,000 ਕਰੋੜ ਰੁਪਇਆ ਆੜ੍ਹਤੀਆਂ ਦੇ ਕਰਜ਼ਾ ਹੈ। 8-9 ਦੇ ਵਿੱਚ ਕੌਮੀ ਬਜਟ ਦੇ ਵਿੱਚ ਜੋ 71,000 ਕਰੋੜ ਰੁਪਏ ਦੀ ਜ਼ਰਾਈ ਕਰਜ਼ੇ ਮੁਆਫੀ ਪੈਕੇਜ ਵਿੱਚੋਂ ਪੰਜਾਬ ਨੂੰ 71,000 ਕਰੋੜ ਚੋਂ ਸਿਰਫ 1,044। ਸਪੀਕਰ ਸਾਹਿਬ, ਇੰਡੀਆ ਦਾ ਅੱਧਾ ਫੂਡ ਅਸੀਂ ਸਾਡਾ ਪੰਜਾਬ ਤੋਂ ਪੈਦਾ ਹੁੰਦਾ ਹੈ, ਪਰ ਜਦੋਂ ਕਰਜ਼ੇ ਦੀ ਮਾਫੀ ਆਉਂਦੀ ਹੈ ਤੇ ਇਹ ਕੱਲੀ ਡੈਟ ਰਿਲੀਫ ਪੈਕੇਜ ਦੀ ਸਪੀਕਰ ਸਾਹਿਬ ਜਿੰਨੀਆਂ ਵੀ ਸੈਂਟਰ ਦੀਆਂ ਸਕੀਮਾਂ ਹੈ ਉਹ ਕੁੜਤੇ ਹੀ ਇਸ ਕਿਸਮ ਦੇ ਸਿਉਂਦੇ ਆ ਜਿਹੜੇ ਕਿ ਪੰਜਾਬ ਦੇ ਨਾਪ ਹੀ ਨਹੀਂ ਆਉਂਦੇ। ਸੋ 71,000 ਦੇ ਵਿੱਚੋਂ 1,000 ਸਾਨੂੰ ਮਿਲਿਆ ਤੇ ਇਹ ਨਾ ਕਾਫੀ ਹੈ। ਇਸੇ ਤਰ੍ਹਾਂ ਪੰਜਾਬ ਦੇ ਹਰ ਕਿਸਾਨ ਪਰਿਵਾਰ ਤੇ ਜਿਹੜਾ ਔਸਤਨ ਕਰਜ਼ਾ ਹੈ ਉਹ 40,576 ਹੈ, ਤਾਂ ਕਿ ਨੈਸ਼ਨਲ ਐਵਰੇਜ ਸਿਰਫ 12,585 ਹੈ। ਅਸੀਂ ਭਾਰਤ ਸਰਕਾਰ ਨੂੰ ਖੇਤ ਦੇ ਆਕਾਰ ਤੋਂ ਧਿਆਨ ਕੀਤੇ ਬਗੈਰ ਇੱਕੋ ਵਾਰ ਦੇ ਉਪਰਾਲੇ ਵਜੋਂ ਸਾਰੇ ਜ਼ਰਾਇਤੀ ਕਰਜ਼ੇ ਮਾਫ ਕਰਨ ਲਈ ਬੇਨਤੀ ਕੀਤੀ ਹੈ। ਬੇਜ਼ਮੀਨੇ ਕਿਸਾਨ ਤੇ ਖੇਤੀ ਮਜ਼ਦੂਰਾਂ ਦੇ ਉੱਪਰ ਰਾਹਤ ਸਕੀਮ ਦੇ ਘੇਰੇ ਦੇ ਅੰਦਰ ਲਿਆਉਣ ਦੀ ਇਹਨਾਂ ਨੂੰ ਵੀ ਲੈਣਾ ਚਾਹੀਦਾ ਹੈ। ਉਸੇ ਤਰ੍ਹਾਂ ਸਪੀਕਰ ਸਾਹਿਬ, ਜਿਹੜਾ ਭਾਰਤ ਸਰਕਾਰ ਵੱਲੋਂ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 1,080 ਇਹਦਾ ਅਸੀਂ ਸਵਾਗਤ ਕਰਦੇ ਹਾਂ, ਪਰ ਉੱਥੇ ਹੀ ਇਹ ਅਜੇ ਵੀ ਖੇਤੀਬਾੜੀ ਦੇ ਲਗਭਗ ਲਾਗਤ ਖਰਚਿਆਂ ਦੇ ਬਰਾਬਰ ਨਹੀਂ ਹੈ। ਅਸੀਂ ਭਾਰਤ ਸਰਕਾਰ ਨੂੰ ਇਹ ਤਜਵੀਜ਼ ਦਿੱਤੀ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਉਪਜ ਦੇ ਤੇ ਉਹ ਲਾਗਤ ਹੁੰਦੀ ਹੈ ਜਮ੍ਹਾਂ 50%, ਜਿਹੜਾ ਕਿ ਜਿਹੜੇ ਮਸ਼ਹੂਰ ਜ਼ਰਾਇਤੀ ਅਰਥ ਸ਼ਾਸਤਰੀ ਨੇ ਡਾਕਟਰ ਸਵਾਮੀਨਾਥਨ, ਉਹਨਾਂ ਦੀ ਅਗਵਾਈ ਥੱਲੇ ਜੋ ਕੌਮੀ ਕਿਸਾਨ ਕਮਿਸ਼ਨ, ਉਹਨਾਂ ਨੇ ਵੀ ਇਹ ਸਿਫਾਰਿਸ਼ ਕੀਤੀ ਹੈ। 22 ਪੈਰਾਗ੍ਰਾਫ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੇ ਮੁਤਲਕ ਪੰਜਾਬ ਸਰਕਾਰ ਨੇ ਫੰਡਾਂ ਨੂੰ ਮਿਥਣ ਲਈ ਜੋ ਤਰੀਕਾ ਹੈ ਉਸ ਦੀ ਨਜ਼ਰਸਾਨੀ ਦੀ ਸੈਂਟਰਲ ਗਵਰਨਮੈਂਟ ਕੋਲੋਂ ਮੰਗ ਕੀਤੀ ਹੈ। ਅਸੀਂ ਉਹਨਾਂ ਨੂੰ ਕਿਹਾ ਕਿ ਜਿਹੜਾ ਤੈਅਸ਼ੁਦਾ ਫੰਡ ਹੈ ਉਹਦਾ ਅੱਧਾ ਹਿੱਸਾ ਸਾਨੂੰ, ਜਿਹੜਾ ਸਾਡਾ ਇਰੀਗੇਸ਼ਨ ਇਨਫਰਾਸਟ੍ਰਕਚਰ ਹੈ ਜਿਹੜਾ ਅਸੀਂ ਤਿਆਰ ਕੀਤਾ ਪਿਛਲੇ 150 ਸਾਲ, ਸਾਨੂੰ ਉਹਦੇ ਵਿੱਚ ਖਰਚਣ ਦੀ ਇਜਾਜ਼ਤ ਹੋਵੇ ਤੇ ਅੱਧਾ ਜਿਹੜਾ ਉਹਦਾ ਪੈਸੇ ਹੈ ਉਹ ਅਸੀਂ ਜਿਹੜੀਆਂ ਕਿ ਸਾਡੀਆਂ ਅਨਕਮਾਂਡ ਜ਼ਮੀਨਾਂ ਹੈ ਉਹਨਾਂ ਤੇ ਲਾਇਆ ਜਾਵੇ। ਉਸੇ ਤਰ੍ਹਾਂ ਅਸੀਂ ਨੈਸ਼ਨਲ ਫੂਡ ਸਿਕਿਉਰਿਟੀ ਮਿਸ਼ਨ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਨੈਸ਼ਨਲ ਫੂਡ ਸਿਕਿਉਰਿਟੀ ਵੀਟ ਦੇ ਵਿੱਚ ਜੇ ਪੰਜਾਬ ਤੇ ਕੁਝ ਜ਼ਿਲ੍ਹੇ ਕਵਰ ਹੋਏ, ਸਾਰਾ ਪੰਜਾਬ ਜਿਹੜਾ ਹੈ ਉਹ ਕਵਰ ਹੋਣਾ ਚਾਹੀਦਾ, ਕਿਉਂਕਿ ਮੇਜਰ ਪ੍ਰੋਡਿਊਸਰ ਹੈ ਇਹ ਵੀਟ ਗ੍ਰੇਨ ਦਾ। ਉਸੇ ਤਰ੍ਹਾਂ ਜਿਹੜੀ ਨੈਸ਼ਨਲ ਫੂਡ ਸਿਕਿਉਰਿਟੀ ਮਿਸ਼ਨ ਹੈ ਚਾਵਲ ਦੀ, ਉਹਦੇ ਵਿੱਚ ਵੀ ਪੰਜਾਬ ਨੂੰ ਮਦਦ ਮਿਲਣੀ ਚਾਹੀਦੀ ਹੈ, ਕਿਉਂਕਿ ਪੰਜਾਬ ਇੱਕ ਮੇਜਰ ਪ੍ਰੋਡਿਊਸਰ ਹੈ। ਸਪੀਕਰ ਸਾਹਿਬ, ਇਸ ਸਾਲ ਜਿਹੜੀ ਖੇਤੀਬਾੜੀ ਸੈਕਟਰ ਦੇ ਜਿਹੜੇ ਐਨੂਅਲ ਪਲਾਨ ਐਲੋਕੇਸ਼ਨਸ ਨੇ ਉਹਦੇ ਵਿੱਚ 65 ਕਰੋੜ ਰੁਪਇਆ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ 'ਚ ਰੱਖਿਆ ਗਿਆ ਹੈ, 60 ਕਰੋੜ ਰੁਪਇਆ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੀ ਐਲੋਕੇਸ਼ਨ ਹੈ ਤੇ 10 ਕਰੋੜ ਰੁਪਇਆ ਜਿਹੜੇ ਸਿਟਰਸ ਸੈਂਟਰ 5 ਖੋਲ੍ਹਣੇ ਹੈ ਉਹਨਾਂ ਵਾਸਤੇ ਰੱਖੇ ਗਿਆ ਹੈ। 22 ਕਰੋੜ ਰੁਪਇਆ ਸਪੀਕਰ ਸਾਹਿਬ ਇੱਕ ਪਾਇਲਟ ਪ੍ਰੋਜੈਕਟ ਹੈ ਡਾਈਵਰਸੀਫਿਕੇਸ਼ਨ ਦਾ ਐਗਰੀਕਲਚਰ ਦੇ ਵਿੱਚ, ਪ੍ਰੋਡਕਸ਼ਨ ਪੈਟਰਨ ਐਡਜਸਟਮੈਂਟ, ਇਹਦੇ ਵਾਸਤੇ 22 ਕਰੋੜ ਰੁਪਇਆ ਰੱਖਿਆ ਗਿਆ ਹੈ। 5 ਕਰੋੜ ਰੁਪਇਆ PAU ਨੂੰ ਪਲਾਨ ਅਸਿਸਟੈਂਸ ਵਾਸਤੇ ਰੱਖਿਆ ਗਿਆ ਹੈ। ਟੋਟਲ ਐਗਰੀਕਲਚਰ ਦੇ ਵਿੱਚ ਸਟੇਟ ਪਲਾਨ ਚੋਂ 140 ਕਰੋੜ ਤੇ 37 ਲੱਖ ਰੁਪਇਆ ਇਹ ਕ੍ਰੌਪ ਹਸਬੈਂਡਰੀ ਥੱਲੇ ਰੱਖਿਆ ਗਿਆ। ਅਗਲਾ ਪਸ਼ੂ ਪਾਲਣ ਤੇ ਡੇਅਰੀ। ਪਸ਼ੂ ਪਾਲਣ ਆਪਣੇ ਆਪ ਵਿੱਚ ਇੱਕ ਕਮਾਊ ਅਦਾਰਾ ਹੈ। ਇਸ ਖੇਤਰ ਦੀਆਂ ਤਕਨੀਕੀ ਲੋੜਾਂ ਨੂੰ ਪੂਰਾ ਕਰਨ ਵਾਸਤੇ ਜਿਹੜੀ ਗਡਵਾਸੂ ਸਾਡੀ ਯੂਨੀਵਰਸਿਟੀ ਹੈ ਲੁਧਿਆਣਾ ਦੇ ਵਿੱਚ, ਉੱਥੇ ਉਹਨਾਂ ਨੇ ਇੱਕ ਡੇਅਰੀ ਸਾਇੰਸ ਕਾਲਜ ਖੋਲ੍ਹਿਆ ਤੇ ਅੱਗੇ ਉਹਨਾਂ ਨੇ ਮੱਛੀ ਫਿਸ਼ਰੀਜ਼ ਦਾ ਵੀ ਕਾਲਜ ਖੋਲ੍ਹਣ ਜਾ ਰਹੇ ਨੇ। ਪੰਜਾਬ ਦੇ ਵਿੱਚ 750 ਕਮਰਸ਼ੀਅਲ ਡੇਅਰੀ ਫਾਰਮ ਕਾਇਮ ਕੀਤੇ ਤੇ ਨਬਾਰਡ ਵੱਲੋਂ 34 ਕਰੋੜ ਰੁਪਏ ਸਹਾਇਤਾ ਨਾਲ ਪੰਜਾਬ ਦੇ ਵਿੱਚ ਨਵੇਂ ਪੋਲੀ ਕਲੀਨਿਕਸ, ਵੈਟਰਨਰੀ ਪੋਲੀ ਕਲੀਨਿਕਸ ਤੇ ਜਿਹੜੇ ਐਗਜ਼ਿਸਟਿੰਗ ਸਾਡੇ ਪਸ਼ੂ ਹਸਪਤਾਲ ਨੇ ਉਹਨਾਂ ਦੀ ਅਪਗ੍ਰੇਡੇਸ਼ਨ ਵਾਸਤੇ ਇਸ ਸਾਲ ਲਾਉਣਾ ਹੈ। 8-9 ਦੇ ਵਿੱਚ ਮਿਲਕਫੈਡ ਵੱਲੋਂ ਤਕਰੀਬਨ 15 ਕਰੋੜ ਰੁਪਏ ਦਾ ਦੁੱਧ ਦੇ ਜਿਹੜੇ ਪ੍ਰੋਡਕਟ ਸੀਗੇ ਉਹਨਾਂ ਦਾ ਐਕਸਪੋਰਟ ਕੀਤਾ ਗਿਆ। ਮਿਲਕਫੈਡ ਦੀ ਟਰਨਓਵਰ ਸਪੀਕਰ ਸਾਹਿਬ ਕੋਈ 1150 ਕਰੋੜ ਤੱਕ ਪਹੁੰਚ ਗਈ ਹੈ। ਪੰਜਾਬ ਦੇ 2 ਜਿਹੜੇ ਮਿਲਕ ਪਲਾਂਟ ਨੇ ਪਟਿਆਲਾ ਤੇ ਮੋਹਾਲੀ, ਉਹਨਾਂ ਨੂੰ ਨੈਸ਼ਨਲ ਪ੍ਰੋਡਕਟਿਵਿਟੀ ਅਵਾਰਡਸ ਵੀ ਮਿਲੇ ਹੈ ਤੇ ਇਸ ਸਾਲ ਦੇ ਜਿਹੜਾ ਐਨੀਮਲ ਹਸਬੈਂਡਰੀ ਹੈ ਉਹਦੇ ਵਾਸਤੇ